ਅੱਜ ਦੀਆਂ ਮੁੱਖ ਖਬਰਾਂ ਫਟਾਫਟ। डिफेंस मिनिस्टर रिचर्ड माल्स ने Whitsundays मिलिट्री ਹੈਲੀਕਾਪਟਰ ਹਾਦਸੇ ਵਿੱਚ 4 ADF ਕਰਮਚਾਰੀਆਂ ਨੂੰ ਲੱਭਣ ਲਈ ਖੋਜ ਅਤੇ ਬਚਾਅ ਕਾਰਜ ਦੀ ਸਥਿਤੀ ਵਿੱਚ ਇੱਕ ਵਿਨਾਸ਼ਕਾਰੀ ਅਪਡੇਟ ਜਾਰੀ ਕੀਤੀ ਹੈ। ਚਾਲਕ ਦਲ ਦੇ ਮੈਂਬਰ ਇੱਕ ਆਰਮੀ MRH-90 ਹੈਲੀਕਾਪਟਰ ਵਿੱਚ ਅਭਿਆਸ ਤਲਿਸਮਾਨ ਸਪਰੇਅ ਦੇ ਹਿੱਸੇ ਵਜੋਂ ਸਿਖਲਾਈ ਲੈ ਰਹੇ ਸਨ ਜਦੋਂ ਇਹ ਸ਼ੁੱਕਰਵਾਰ ਰਾਤ ਨੂੰ ਸਮੁੰਦਰ ਵਿੱਚ ਡਿੱਗ ਗਿਆ ਸੀ। ਮਾਲਸ ਨੇ ਦੱਸਿਆ ਕਿ ਕ੍ਰੈਸ਼ ਸਾਈਟ ਤੋਂ ਬਰਾਮਦ ਕੀਤੇ ਗਏ ਮਹੱਤਵਪੂਰਨ ਮਲਬੇ ਨੇ ਸੰਕੇਤ ਦਿੱਤਾ ਹੈ ਕਿ ਇਹ ਇੱਕ ਵਿਨਾਸ਼ਕਾਰੀ ਘਟਨਾ ਸੀ ਜਿਸ ਵਿੱਚ ਜਹਾਜ਼ ਤੇ ਸਵਾਰ 4 ਏਵੀਏਟਰਸ ਦੇ ਜ਼ਿੰਦਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਘਟਨਾ ਤੋਂ ਬਾਅਦ ਸਾਰੀਆਂ MRH-90 ਫਲਾਈਟ ਗਤੀਵਿਧੀਆਂ ਨੂੰ ਰੋਕ ਦਿੱਤਾ ਗਿਆ ਹੈ। ਸ਼੍ਰੀਮਾਨ ਮਾਲਸ ਨੇ ਪੁਸ਼ਟੀ ਕੀਤੀ ਕਿ ਕੀ ਹੋਇਆ ਸੀ ਇਹ ਸਮਝਣ ਅਤੇ ਇਸ ਤੋਂ ਸਬਕ ਸਿੱਖਣ ਵਿੱਚ ਮਦਦ ਕਰਨ ਲਈ ਪੂਰੀ ਜਾਂਚ ਕੀਤੀ ਜਾਵੇਗੀ। ਆਸਟ੍ਰੇਲੀਆ ਵਿੱਚ ਲੋਕਾਂ ਲਈ ਇਸ ਹਫ਼ਤੇ ਬੇਮੌਸਮੀ ਗਰਮ ਮੌਸਮ ਦਾ ਅਨੁਭਵ ਜਾਰੀ ਰਹੇਗਾ ਤੇ ਤਸਮਾਨੀਆ ਨੂੰ ਰਿਕਾਰਡ ਵਿਨਾਸ਼ਕਾਰੀ ਹਵਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਊਰੋ ਆਫ ਮੀਟੀਓਰੋਲੋਜੀ ਦੇ ਸੀਨੀਅਰ ਮੀਟੀਓਰੋਲੋਜਿਸਟ ਐਂਗਸ ਹਾਈਨਸ ਨੇ ਕਿਹਾ ਕਿ ਇਹ ਗਰਮ ਸਥਿਤੀ ਹਫ਼ਤੇ ਤੱਕ ਬਣੀ ਰਹੇਗੀ ਅਤੇ ਤਾਪਮਾਨ ਘੱਟੋ-ਘੱਟ ਬੁੱਧਵਾਰ ਤੱਕ ਔਸਤ ਤੋਂ ਉੱਪਰ ਰਹੇਗਾ। ਇਹ ਅਸਧਾਰਨ ਵਾਰਮ ਵਿੰਟਰ ਦਾ ਮੌਸਮ ਬੁਸ਼ਫਾਇਰਸ ਅਤੇ ਯੂਰਪ ਵਿੱਚ ਹੀਟ ਵੇਵਸ ਦੇ ਕਾਰਨ ਆਇਆ ਹੈ। ਵਿਸ਼ਵ ਮੌਸਮ ਵਿਗਿਆਨ ਸੰਗਠਨ ਦੇ ਅਨੁਸਾਰ ਗਲੋਬਲ ਤਾਪਮਾਨ ਨੇ ਇਸ ਮਹੀਨੇ ਰਿਕਾਰਡ ਤੋੜ ਦਿੱਤੇ ਹਨ ਤੇ ਇਹ ਜੁਲਾਈ ਦਾ ਮਹੀਨਾ ਹੁਣ ਤੱਕ ਦਾ ਸਭ ਤੋਂ ਗਰਮ ਜੁਲਾਈ ਦਾ ਮਹੀਨਾ ਰਿਕਾਰਡ ਕੀਤਾ ਗਿਆ ਹੈ। ਹੋਮ ਅਫੇਅਰਸ ਦੇ ਕਈ ਕੰਟਰੈਕਟਸ ਜਾਂਚ ਅਧੀਨ ਹਨ ਕਿਉਂਕਿ ਉਹਨਾਂ ਨੇ ਨਾਰੂ ਵਿੱਚ ਸਿਆਸਤਦਾਨਾਂ ਨੂੰ ਰਿਸ਼ਵਤ ਦੇਣ ਵਿੱਚ ਮਦਦ ਕੀਤੀ ਸੀ। ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਦੋਸ਼ ਅਤੇ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਵੀ ਵਿਭਾਗ ਨੇ ਇੱਕ ਵਪਾਰੀ ਨਾਲ ਕੰਟਰੈਕਟਸ ਜਾਰੀ ਰੱਖੇ ਸਨ। ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਦਾ ਕਹਿਣਾ ਹੈ ਕਿ ਉਹ ਇਸ ਸੰਬੰਧੀ ਜਵਾਬ ਦੇਣਾ ਚਾਹੁੰਦੇ ਹਨ ਪਰ ਉਹਨਾਂ ਨੇ ਕਿਹਾ ਕਿ ਖਰੀਦ ਵਿੱਚ ਉਹਨਾਂ ਦੀ ਕੋਈ ਸ਼ਮੂਲੀਅਤ ਨਹੀਂ ਸੀ ਅਤੇ ਉਹਨਾਂ ਨੂੰ ਪੁਲਿਸ ਦੁਆਰਾ ਸੂਚਿਤ ਕੀਤੇ ਜਾਣਾ ਵੀ ਯਾਦ ਨਹੀਂ ਹੈ। ਮਿਸਟਰ ਡਟਨ ਦੀਆਂ ਟਿੱਪਣੀਆਂ ਉਦੋਂ ਆਈਆਂ ਹਨ ਜਦੋਂ ਮੌਜੂਦਾ ਗ੍ਰਹਿ ਮਾਮਲਿਆਂ ਬਾਰੇ ਮੰਤਰੀ ਕਲੇਅਰ ਓਨੀਲ ਨੇ ਆਪਣੇ ਵਿਭਾਗ ਦੇ ਅੰਦਰ ਕੰਟਰੈਕਟਸ ਦੀ ਇਮਾਨਦਾਰੀ ਅਤੇ ਸ਼ਾਸਨ ਪ੍ਰਬੰਧਾਂ ਦੀ ਸੁਤੰਤਰ ਸਮੀਖਿਆ ਦਾ ਐਲਾਨ ਕੀਤਾ ਹੈ। ਆਸਟ੍ਰੇਲੀਅਨ ਸਪੇਸ ਏਜੰਸੀ ਨੇ ਸਿੱਟਾ ਕੱਢਿਆ ਹੈ ਕਿ ਪੱਛਮੀ ਆਸਟ੍ਰੇਲੀਆਈ ਬੀਚ ਤੇ ਪਾਈ ਗਈ ਇੱਕ ਰਹੱਸਮਈ ਵਸਤੂ ਸੰਭਾਵਤ ਤੌਰ ਤੇ ਸੈਟੇਲਾਈਟ ਲਾਂਚ ਵਹੀਕਲ ਤੋਂ ਪੁਲਾੜ ਦਾ ਮਲਬਾ ਹੈ। ਦੱਸ ਦਈਏ ਕਿ ਇਹ ਰਹੱਸਮਈ ਵਸਤੂ ਪਹਿਲੀ ਵਾਰ 16 ਜੁਲਾਈ ਨੂੰ ਗ੍ਰੀਨ ਹੈਡ ਬੀਚ ਤੇ ਖੋਜੀ ਗਈ ਸੀ। ਆਸਟ੍ਰੇਲੀਅਨ ਸਪੇਸ ਏਜੰਸੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਵਸਤੂ ਭਾਰਤੀ ਰਾਕੇਟ ਦਾ ਹਿੱਸਾ ਸੀ ਤੇ ਹੁਣ ਸਥਾਨਕ ਲੋਕ ਇਸ ਵਸਤੂ ਨੂੰ ਸੈਰ ਸਪਾਟੇ ਦੇ ਆਕਰਸ਼ਣ ਦੇ ਤੌਰ ਤੇ ਖੇਤਰ ਵਿੱਚ ਹੀ ਰਹਿਣ ਦੇਣਾ ਚਾਹੁੰਦੇ ਹਨ। ਜਨਤਕ ਟੈਂਡਰ ਦਸਤਾਵੇਜ਼ਾਂ ਨੇ ਖੁਲਾਸਾ ਕੀਤਾ ਹੈ ਕਿ ਵਿਕਟੋਰੀਆ ਦੀ ਸਰਕਾਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਰੱਦ ਕੀਤੇ ਗਏ ਵੱਡੇ ਇਵੈਂਟ ਲਈ ਮੈਲਬਨ ਵਿੱਚ ਤਿਆਰ ਕੀਤੇ ਜਾ ਰਹੇ ਕਾਮਨਵੈਲਥ ਖੇਡਾਂ ਦੇ ਮੁੱਖ ਦਫ਼ਤਰ ਤੇ $7 ਲੱਖ ਦੇ ਕਰੀਬ ਖਰਚ ਕੀਤੇ ਹਨ। ਐਗਜ਼ੀਬਿਸ਼ਨ ਸਟਰੀਟ ਤੇ ਸਥਿਤ ਦਫ਼ਤਰ ਦੀ ਸ਼ੁਰੂਆਤ ਵਿੱਚ ਲਗਭਗ $6.5 ਲੱਖ ਦੀ ਕੀਮਤ ਸੀ ਪਰ ਇਹ ਆંકੜਾ 6,93,000 ਦੇ ਕਰੀਬ ਪਹੁੰਚ ਗਿਆ। ਐਂਡਰਿਊ ਸਰਕਾਰ ਨੇ ਕਿਹਾ ਕਿ ਖੇਡਾਂ ਨੂੰ ਰੱਦ ਕਰਨ ਦੇ ਇਸ ਮਹੀਨੇ ਦੇ ਫੈਸਲੇ ਦੇ ਮੱਦੇਨਜ਼ਰ ਨਵੇਂ ਦਫ਼ਤਰ ਦੀ ਜਗ੍ਹਾ ਹੁਣ ਸਟਾਫ ਮੈਂਬਰਾਂ ਅਤੇ ਮੀਟਿੰਗਸ ਲਈ ਵਰਤੀ ਜਾਵੇਗੀ। ਉਧਰ ਵਿਰੋਧੀ ਧਿਰ ਦੇ ਨੇਤਾ ਜੌਨ ਪਿਸੇਟੋ ਨੇ ਮੁਰੰਮਤ ਕੀਤੀ ਦਫ਼ਤਰੀ ਥਾਂ ਨੂੰ ਟੈਕਸ ਦਾਤਾਵਾਂ ਦੁਆਰਾ ਅਦਾ ਕੀਤੇ ਜਾਣ ਵਾਲੇ ਇੱਕ ਹੋਰ ਵੱਡੇ ਖਰਚੇ ਦਾ ਲੇਬਲ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਤੇ ਕਾਮਨਵੈਲਥ ਗੇਮਸ ਲਈ ਇੱਕ ਲੇਬਰ ਸੰਸਦ ਮੈਂਬਰ ਡੈਰਨ ਚੀਜ਼ਮੈਨ ਦੇ ਅਹੁਦੇ ਅਤੇ ਤਨਖਾਹ ਵਾਧੇ ਦੀ ਐਕਸਪਲੇਨੇਸ਼ਨ ਦੇਣ ਲਈ ਵੀ ਦਬਾਅ ਪਾਇਆ ਜਾ ਰਿਹਾ ਹੈ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿਨਸ ਨੇ ਗੈਸ ਦੇ ਨਵੇਂ ਕਨੈਕਸ਼ਨਸ ਤੇ ਵਿਕਟੋਰੀਆ ਦੀ ਤਰ੍ਹਾਂ ਪਾਬੰਦੀ ਲਗਾਉਣ ਦੀਆਂ ਗੱਲਾਂ ਨੂੰ ਰੱਦ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਨਿਊ ਸਾਊਥ ਵੇਲਜ਼ ਵਿੱਚ ਘਰ ਗੈਸ ਕਨੈਕਸ਼ਨਸ ਨਾਲ ਬਣਨੇ ਜਾਰੀ ਰਹਿਣਗੇ। ਉਹਨਾਂ ਕਿਹਾ ਕਿ ਰਾਜ ਵਿੱਚ ਪਹਿਲਾਂ ਹੀ એનર્ਜੀ ਸਪਲਾਈ ਦੇ ਕਾਫੀ ਮੁੱਦੇ ਹਨ। ਇਹ ਟਿੱਪਣੀਆਂ ਰਾਜ ਦੇ ਊਰਜਾ ਮੰਤਰੀ ਪੈਨੀ ਸ਼ਾਰਪ ਦੁਆਰਾ ਵਿਕਟੋਰੀਆ ਤੋਂ ਬਾਅਦ ਨਿਊ ਸਾਊਥ ਵੇਲਜ਼ ਵਿੱਚ ਗੈਸ ਕਨੈਕਸ਼ਨ ਰੱਦ ਕਰਨ ਦੀ ਗੱਲ ਤੋਂ ਇਨਕਾਰ ਕਰਨ ਤੋਂ ਬਾਅਦ ਆਈਆਂ ਹਨ। ਸਵੇਰੇ 2GB ਰੇਡੀਓ ਤੇ ਬੋਲਦੇ ਹੋਏ ਪ੍ਰੀਮੀਅਰ ਨੇ
ਕਿਹਾ ਕਿ ਨਿਊ ਸਾਊਥ ਵੇਲਜ਼ ਲਈ ਗੰਭੀਰ ਊਰਜਾ ਚੁਣੌਤੀਆਂ ਹਨ ਅਤੇ ਉਹ ਨਵੇਂ ਘਰਾਂ ਵਿੱਚ ਗੈਸ ਤੇ ਪਾਬੰਦੀ ਲਗਾ ਕੇ ਉਹਨਾਂ ਨੂੰ ਹੋਰ ਮੁਸ਼ਕਿਲ ਨਹੀਂ ਕਰਨਗੇ। ਨੈਸ਼ਨਲ ਪਾਰਟੀ ਦੇ ਲੀਡਰ ਡੇਵਿਡ ਲਿਟਲ ਪ੍ਰਾਊਡ ਦਾ ਮੰਨਣਾ ਹੈ ਕਿ ਵੈਸਟਰਨ ਆਸਟ੍ਰੇਲੀਆ ਵਿੱਚ ਕਲਚਰਲ ਹੈਰੀਟੇਜ ਪ੍ਰੋਟੈਕਸ਼ਨ ਲਾਜ਼ ਪਸ਼ੂ ਪਾਲਕਾਂ ਅਤੇ ਮੂਲ ਵਾਸੀ ਆਸਟ੍ਰੇਲੀਆਈ ਲੋਕਾਂ ਨੂੰ ਵੰਡ ਰਹੇ ਹਨ। WA ਐਬੋਰੀਜਨਲ ਕਲਚਰਲ ਹੈਰੀਟੇਜ ਐਕਟ ਰਾਜ ਭਰ ਦੇ ਲੈਂਡਲੌਰਡਸ ਨੂੰ ਇਹ ਯਕੀਨੀ ਬਣਾਉਣ ਦੀ ਮੰਗ ਕਰਦਾ ਹੈ ਕਿ ਉਹਨਾਂ ਦੀ ਜ਼ਮੀਨ ਤੇ ਕੀਤੀਆਂ ਜਾਣ ਵਾਲੀਆਂ ਕੋਈ ਵੀ ਗਤੀਵਿਧੀਆਂ ਸੱਭਿਆਚਾਰਕ ਵਿਰਾਸਤੀ ਸਥਾਨਾਂ ਦੀ ਅਖੰਡਤਾ ਨੂੰ ਖਤਰਾ ਨਾ ਹੋਣ। ਨਵੇਂ ਕਾਨੂੰਨਾਂ ਦੀ ਲੜੀ ਜੋ ਕਿ 1 ਜੁਲਾਈ ਨੂੰ ਲਾਗੂ ਹੋਈ ਹੈ, ਉਦਯੋਗ ਦੇ ਨੇਤਾਵਾਂ ਦੁਆਰਾ ਵਿਰੋਧ ਦੇ ਅਧੀਨ ਹੈ, ਜੋ ਡਰਦੇ ਹਨ ਕਿ ਇਹ ਕਾਨੂੰਨ ਹਾਊਸਿੰਗ ਅਤੇ ਖੇਤੀਬਾੜੀ ਵਰਗੇ ਉਦਯੋਗਾਂ ਨੂੰ ਪ੍ਰਭਾਵਿਤ ਕਰਨਗੇ। ਐਕਟ ਦੇ ਤਹਿਤ ਕੋਈ ਵੀ ਵਿਅਕਤੀ ਜੋ ਆਪਣੀ ਜ਼ਮੀਨ ਤੇ ਕੰਮ ਕਰਨ ਦੀ ਯੋਜਨਾ ਬਣਾ ਰਿਹਾ ਹੈ ਤੇ ਜਿਸ ਦਾ ਆਕਾਰ 1100 ਵਰਗ ਮੀਟਰ ਤੋਂ ਵੱਧ ਹੈ, ਜੇਕਰ ਉਹ ਮੰਨਦੇ ਹਨ ਕਿ ਸੱਭਿਆਚਾਰਕ ਵਿਰਾਸਤ ਪ੍ਰਭਾਵਿਤ ਹੋ ਸਕਦੀ ਹੈ ਤਾਂ ਉਹਨਾਂ ਨੂੰ ਮਨਜ਼ੂਰੀ ਲੈਣੀ ਪਵੇਗੀ। ਨਵੇਂ ਕਾਨੂੰਨ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਵਾਲੇ ਲੈਂਡਲੌਰਡਸ ਲਈ ਭਾਰੀ ਜੁਰਮਾਨੇ ਜਾਂ ਜੇਲ੍ਹ ਦਾ ਸਮਾਂ ਵੀ ਹੋ ਸਕਦਾ ਹੈ। ਵਿਕਟੋਰੀਆ ਵਿੱਚ ਘਰਾਂ ਅਤੇ ਛੋਟੇ ਕਾਰੋਬਾਰਾਂ ਨੂੰ ਕਾਸਟ ਆਫ ਲਿਵਿੰਗ ਦੀ ਪਹਿਲਾਂ ਤੋਂ ਹੀ ਗੰਭੀਰ ਲਾਗਤ ਦੇ ਵਿਚਕਾਰ ਮੰਗਲਵਾਰ ਤੋਂ ਆਪਣੀ ਬਿਜਲੀ ਲਈ ਹੋਰ ਵੀ ਜ਼ਿਆਦਾ ਭੁਗਤਾਨ ਕਰਨਾ ਪਵੇਗਾ। ਹਾਲਾਂਕਿ ਰਾਜ ਨੈਸ਼ਨਲ ਐਨਰਜੀ ਮਾਰਕੀਟ ਦਾ ਹਿੱਸਾ ਹੈ, ਪਰ ਇਸ ਦੇ ਡਿਫਾਲਟ ਆਫਰ ਪ੍ਰਾਈਸਿਸ ਐਸੈਂਸ਼ੀਅਲ ਸਰਵਿਸਿਜ਼ ਕਮਿਸ਼ਨ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ। ਇੱਕ ਡਿਫਾਲਟ ਮਾਰਕੀਟ ਆਫਰ ਉਹਨਾਂ ਘਰਾਂ ਅਤੇ ਛੋਟੇ ਕਾਰੋਬਾਰੀ ਗ੍ਰਾਹਕਾਂ ਨੂੰ ਚਾਰਜ ਕੀਤੀ ਗਈ ਵੱਧ ਤੋਂ ਵੱਧ ਕੀਮਤ ਹੈ ਜੋ ਸਥਾਈ ਸੌਦਿਆਂ ਤੇ ਹਨ ਅਤੇ ਜਿਨ੍ਹਾਂ ਨੇ ਇੱਕ ਸਸਤਾ ਵਿਕਲਪ ਨਹੀਂ ਲੱਭਿਆ ਹੈ। ESC ਦੇ ਹੁਕਮ ਦਾ ਮਤਲਬ ਹੋਵੇਗਾ ਕਿ ਔਸਤਨ ਗ੍ਰਾਹਕ ਇਸ ਵਿੱਤੀ ਸਾਲ ਵਿੱਚ $17.5 ਦੇ ਵਾਧੇ ਦੀ ਉਮੀਦ ਕਰ ਸਕਦੇ ਹਨ। ਛੋਟੇ ਕਾਰੋਬਾਰਾਂ ਲਈ ਇਹ ਆંકੜਾ ਪਿਛਲੇ ਵਿੱਤੀ ਸਾਲ ਦੇ 3000 ਤੋਂ ਵੱਧ ਕੇ 3700 ਦੇ ਕਰੀਬ ਹੋ ਜਾਵੇਗਾ। ਕੁਈਨਜ਼ਲੈਂਡ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਸੈਂਕੜੇ ਘਰਾਂ ਨੂੰ ਬੁਲਡੋਜ਼ ਕੀਤਾ ਜਾ ਰਿਹਾ ਹੈ ਕਿਉਂਕਿ ਸਥਾਨਕ ਮਾਈਨ ਦਾ ਕੰਮ ਬੰਦ ਹੋ ਗਿਆ ਹੈ, ਪਰ ਰੀਜਨਲ ਕਾਉਂਸਲ ਰਾਜ ਸਰਕਾਰ ਨੂੰ ਅਪੀਲ ਕਰ ਰਹੀ ਹੈ ਕਿ ਉਹ ਆਪਣੇ ਫੈਸਲੇ ਤੇ ਮੁੜ ਵਿਚਾਰ ਕਰੇ ਅਤੇ ਕਸਬੇ ਨੂੰ ਸੜਕ ਦੇ ਹੇਠਾਂ ਖੁੱਲਣ ਵਾਲੀ ਨਵੀਂ ਮਾਈਨ ਦੇ ਕੰਮ ਲਈ ਖੜਾ ਰੱਖੇ। ਗਲੈਂਡਨ ਮੈਕੇ ਦੇ ਸਾਊਥ ਵੈਸਟ ਵਿੱਚ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਮਾਈਨਿੰਗ ਕੰਪਨੀ ਗਲੈਨਕੋਰ ਦੁਆਰਾ ਨਿਊਲੈਂਡਸ ਕੋਲ ਮਾਈਨ ਵਿੱਚ ਮਜ਼ਦੂਰਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਰਿਹਾਇਸ਼ ਵਜੋਂ ਬਣਾਇਆ ਗਿਆ ਸੀ। ਕੰਪਨੀ ਹੁਣ ਇਸ ਖੇਤਰ ਵਿੱਚ ਆਪਣਾ ਕੰਮ ਬੰਦ ਕਰ ਰਹੀ ਹੈ ਅਤੇ ਇਕਰਾਰਨਾਮੇ ਦੇ ਅਨੁਸਾਰ ਖਾਲੀ ਕੀਤੇ ਘਰਾਂ ਨੂੰ ਮੁੜ ਵਸੇਬੇ ਦੇ ਨਾਂ ਤੇ ਬੁਲਡੋਜ਼ ਕੀਤਾ ਜਾਵੇਗਾ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹਰਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਫਟਾਫਟ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਸਾਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਕਿੱਦਾਂ ਲੱਗੀਆਂ ਤੁਹਾਨੂੰ ਖਬਰਾਂ ਫਟਾਫਟ।